ਤੇ ਮੈਂ ਤਕਰੀਬਨ ਪਿਛਲੇ 10 ਸਾਲ ਤੋਂ 12 ਸਾਲ ਤੋਂ ਕਰ ਰਿਹਾ ਜੀ। 1 ਏਕੜ ਦੀ ਆਮਦਨ 7 ਤੋਂ 8 ਲੱਖ ਰੁਪਏ 10 ਲੱਖ ਤੋਂ ਪਲੱਸ ਵੀ ਜਾ ਸਕਦੀ ਹੈ। ਖੁਰਾਕ ਇਹਦੇ ਵਿੱਚ ਪਾਊਡਰ ਵੀ ਹੈ ਜੀ, ਗਲੂਟਨ ਵੀ ਹੈ, ਰਿਫਾਨ ਵਾਲਿਆਂ ਦਾ, ਕਣਕ ਦਾ ਚੋਕਰ, ਡੀਏਪੀ ਖਾਦ ਤੇ ਯੂਰੀਆ ਜੀ। ਅੱਜ ਵੀ ਮਾਰਕੀਟ ਵਿੱਚ 80 ਤੋਂ 85,000 ਰੁਪਏ ਮਨ ਰੇਟ ਹੈ ਜੀ। ਇਹ 7 ਕਿਸਮ ਦੀਆਂ ਨਸਲਾਂ ਨੇ ਜੀ। ਇਹ ਸਿਲਵਰ ਹੈ, ਰਹੂ ਹੈ, ਮਰਾਠੀ ਹੈ, ਥੈਲੀ ਹੈ, ਗਰਾਸ ਹੈ, ਬਿਗ ਹੈਡ ਹੈ। ਮੁਨਾਫਾ ਬਖਸ਼ ਸਭ ਤੋਂ ਜ਼ਿਆਦਾ ਤੇ ਗਰਾਸ ਹੈ। ਫਿਸ਼ ਫਾਰਮਿੰਗ ਕਰਕੇ 5 ਤੋਂ 10 ਲੱਖ रुपया कमाना चाहता है वो यह वीडियो बिल्कुल एंड तक देखे जी। जी दोस्तों, अगर आप भी फिश फार्मिंग करके अपने रकबे पे और 1 एकड़ से 5 से 10 लाख रुपया कमाना चाहते हैं तो ये वीडियो एंड तक देखें। हमारे साथ उस्मान मेतला साहब मौजूद हैं अलीपुर चट्ठा से, जो पिछले 10 साल से फिश फार्मिंग कर रहे हैं। पंजाबी में दोस्तों के साथ मुखातिब रहेंगे। उस्मान भाई, ਤੁਹਾਡਾ ਹਾਲ ਠੀਕ ਹੈ? ਖੈਰ ਜੀ ਜੀ ਨਾਲ ਬਿਲਕੁਲ ਜੀ, ਅੱਲਾਹ ਦਾ ਸ਼ੁਕਰ ਜੀ। ਉਸਮਾਨ ਭਾਈ, ਕਿੰਨੇ ਏਕੜ ਤੇ ਕਾਸ਼ਤ ਕੀਤਾ ਹੈ ਤੁਸੀਂ ਜਿਹੜਾ ਨਾ, ਔਰ ਕਿੰਨੇ ਸਾਲਾਂ ਤੋਂ ਇਹ ਕੰਮ ਫਿਸ਼ ਫਾਰਮਿੰਗ ਦਾ ਕਰ ਰਹੇ ਹੋ? ਜੀ ਮੇਰਾ 3 ਏਕੜ ਦਾ ਫਾਰਮ ਹੈ ਜੀ। ਠੀਕ ਹੈ। ਤੇ ਮੈਂ ਤਕਰੀਬਨ ਪਿਛਲੇ 10 ਸਾਲ ਤੋਂ 12 ਸਾਲ ਤੋਂ ਕਰ ਰਿਹਾ ਜੀ। 1 ਏਕੜ ਦੀ ਕਿੰਨੀ ਆਮਦਨ ਹੈ? ਜੀ 1 ਏਕੜ ਦੀ ਆਮਦਨ 7 ਤੋਂ 8 ਲੱਖ ਰੁਪਏ ਮਿਨੀਮਮ ਜੀ, ਮਿਨੀਮਮ। ਔਰ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਆ ਸਕਦੀ ਹੈ? ਉਹ ਜੀ ਵੇਖੋ, ਜਿੰਨਾ ਤੁਸੀਂ ਮਿਹਨਤ ਜ਼ਿਆਦਾ ਕਰ ਲਓ 10 ਲੱਖ ਤੋਂ ਪਲੱਸ ਵੀ ਜਾ ਸਕਦੀ ਹੈ। ਠੀਕ ਹੈ। ਹਾਂਜੀ। ਔਰ ਇਹਦੇ ਵਿੱਚ ਇਹ ਦੱਸੋ ਕਿ ਇਹ ਸ਼ੁਰੂ ਕਿੱਥੋਂ ਕਰਨੀ ਹੈ? ਕਿ ਨਵਾਂ ਬੰਦਾ ਹੈ, ਮੈਂ ਵਾਂ ਤੇ ਮੈਨੂੰ ਕੋਈ ਇਹਦੀ ਮਾਲੂਮਾਤ ਨਹੀਂ, ਮੈਂ ਕਿੱਥੋਂ ਫਸਟ ਸਟੈਪ ਲਵਾਂ ਤੇ ਜਿਹੜਾ ਮੈਂ ਗਾਂ ਜਾ ਸਕਣਾ, ਇਹਨੂੰ ਕਰ ਸਕਣਾ ਅੱਛੇ ਤਰੀਕੇ ਨਾਲ? ਜੀ ਇਹਦਾ ਇਹ ਹੈ ਕਿ ਪਹਿਲੇ ਤੁਹਾਡੇ ਕੋਲ ਇਹਦੀਆਂ 2 ਨਰਸਰੀਆਂ ਹੋਣ, ਇੱਕ ਪਹਿਲੇ ਸਾਲ ਦੀ, ਇੱਕ ਦੂਸਰੇ ਸਾਲ ਦੀ। ਤੁਹਾਡੇ ਕੋਲ ਬੱਚਾ ਆਪਣਾ ਮੌਜੂਦ ਤਿਆਰ ਹੋਵੇ, ਉਸ ਤੋਂ ਅੱਗੇ ਤੁਸੀਂ ਆਪਣੇ ਨੂੰ ਵੱਡੇ ਫਾਰਮਾਂ 'ਚ ਸ਼ਿਫਟ ਕਰ ਸਕਦੇ ਹੋ ਜੀ। ਠੀਕ ਹੈ। 2 ਨਰਸਰੀਆਂ ਹੋਣ ਜੀ ਹਾਂ ਉਹ ਜੀ। ਨਰਸਰੀਆਂ ਬਸ ਟੋਇਆ ਪੁੱਟ ਕੇ ਜੀ ਇਹਦੇ ਵਿੱਚ ਬਿਲਕੁਲ ਪਾਣੀ ਪਾਣਾ? ਜਿਵੇਂ ਪਾਣੀ ਪਾ ਦੇਣਾ। ਠੀਕ ਹੈ। ਉਹ ਬਾਕੀ ਇਹਨਾਂ ਦੀ ਜ਼ਰੂਰਤ ਡੀਏਪੀ ਹੈ। ਉਹ ਬਾਅਦ ਚ ਯੂਰੀਆ ਤੁਹਾਨੂੰ ਹੋਵੇ ਪੁੱਛਣਾ। ਇਹ ਦੱਸੋ ਕਿ ਇਹਦਾ ਜਿਹੜਾ ਹੋਵੇ ਬੱਚਾ ਜਾਂ ਸੀਡ ਉਹ ਕਿੱਥੋਂ ਮਿਲਦਾ ਹੈ? ਜੀ ਇੱਕ ਸਾਡੇ ਕੋਲ ਇੱਥੇ ਸਰਕਾਰੀ ਨਰਸਰੀ ਹੈ ਜੀ ਛਨਾਵਾ, ਬਾਕੀ ਤੇ ਪ੍ਰਾਈਵੇਟ ਨਰਸਰੀਆਂ ਵੀ ਹੈ ਨੇ। ਠੀਕ ਹੈ। ਅਲੀਪੁਰ ਚੱਠਾ ਜੀ, ਉੱਥੋਂ ਵੀ ਮਿਲ ਜਾਂਦਾ ਜੀ। ਮਤਲਬ ਇਹ ਆਨਲਾਈਨ ਤੁਸੀਂ ਸਰਚ ਕਰੋ ਤੇ ਤੁਹਾਨੂੰ ਇਹਦੀ ਹੈਚਰੀ ਮਿਲ ਜਾਏਗੀ? ਜੀ ਹਾਂ ਜੀ, ਬਹੁਤ ਜ਼ਿਆਦਾ ਅੱਛੀਆਂ ਨੇ। ਠੀਕ ਹੈ। ਉਹ ਤੁਹਾਨੂੰ ਈਜ਼ੀਲੀ ਜਿਹੜਾ ਨਾ ਇਹਦਾ ਜੀ, ਸੀਡ ਬਿਲਕੁਲ, ਮਿਲ ਜੀ, ਜਾਂਦਾ। ਬਿਲਕੁਲ। ਉਹਦਾ ਰੇਟ 1000 ਅਗਰ ਲੈਣਾ ਤੁਸੀਂ ਇੰਚ ਡੇਢ ਦਾ ਤੇ 1500 ਦਾ 1000 ਮਿਲੇਗਾ। ਹਾਂ ਜੀ, 1000 ਰੁਪਏ ਵੀ 1000 ਮਿਲ ਜਾਂਦਾ ਜੀ। ਮਤਲਬ 1 ਰੁਪਏ ਦਾ ਇੱਕ ਤੁਹਾਨੂੰ ਜੀ ਮਿਲੇਗਾ ਬਿਲਕੁਲ ਪੀਸ। ਜੀ, ਬਿਲਕੁਲ। ਇਹਦੇ ਤੇ ਕੋਈ ਏਡਾ ਖਾਸ ਖਰਚਾ ਨਹੀਂ। ਹਾਂ ਜੀ। ਤੇ ਇਹ 1 ਏਕੜ ਦੀ ਜਿਹੜੀ ਨਰਸਰੀ ਹੈ, ਇਹ ਤੁਹਾਡੀ 1 ਏਕੜ ਦੀ ਨਰਸਰੀ ਹੈ? ਜੀ ਹਾਂ ਜੀ, ਇਹਦੇ ਚ ਸਾਡੀ। ਕਿੰਨੀ ਪੈਂਦੀ ਹੈ ਆ ਕੇ ਹੈਚਰੀ? ਜੀ ਉਹ ਤੁਹਾਡੇ ਤੇ ਮਨਸਰ ਹੈ ਕਿ ਤੁਸੀਂ ਕਿੰਨੀ ਫਾਰਮਿੰਗ ਕਰਨਾ ਚਾਹੁੰਦੇ ਹੋ। ਠੀਕ ਹੈ। ਅਗਰ ਇਹ 1 ਏਕੜ ਦੀ ਨਰਸਰੀ ਹੈ ਸਾਡਾ, ਇਹਦੇ ਵਿੱਚ 50,000 ਜਿਹੜਾ ਨਾ ਬੱਚਾ ਅਸੀਂ ਇਹਦੇ ਚ ਪਾਉਂਦੇ ਆ ਜੀ। ਮਤਲਬ 50,000 ਦਾ ਲਿਆ ਕੇ ਤੇ ਸੁੱਟ ਦੇਣਾ? ਜੀ ਸੁੱਟ ਦਿੰਦੇ ਆ। ਠੀਕ ਹੈ। ਇਹਦੇ ਵਿੱਚੋਂ ਤਕਰੀਬਨ ਅੱਧਾ ਬਚਦਾ ਹੈ, ਅੱਧਾ ਮਰ ਜਾਂਦਾ ਹੈ। ਠੀਕ ਹੈ। ਉਹ ਤੋਂ 25 ਤੋਂ 30,000 ਬਚੇਗਾ ਜੀ। ਉਹ ਜਿਹੜਾ ਬਚੇਗਾ ਉਹ ਤੁਹਾਡਾ ਸਾਈਜ਼ ਕਰ ਜਾਏਗਾ 4 ਤੋਂ 5 ਇੰਚ। ਠੀਕ ਹੈ। ਮਤਲਬ ਐਡਾ ਕੋਈ ਹੈ? ਹਾਂ ਜੀ। ਉਸ ਤੋਂ ਬਾਅਦ ਫਿਰ ਤੁਸੀਂ 1 ਸਾਲ ਇੱਥੇ ਰਹੇਗਾ, ਅਗਲੇ ਸਾਲ ਤੁਸੀਂ ਉਹਨੂੰ ਅੱਗੇ ਸ਼ਿਫਟ ਕਰ ਦਿਓਗੇ 3 ਏਕੜ 'ਚ। 1 ਕਿੱਲੇ ਦਾ ਮਾਲ 2 ਕਿੱਲਿਆਂ 'ਚ ਛੁੱਟ ਦੇਣਾ? ਹਾਂ ਜੀ, ਤਿੰਨਾਂ ਕਿੱਲਿਆਂ 'ਚ। ਠੀਕ ਹੈ। ਉੱਥੇ ਚਲਾ ਜਾਏਗਾ ਤੁਹਾਡਾ 25,000 ਚਲਾ ਗਿਆ। 25,000 ਚਲਾ ਗਿਆ ਜੀ। ਉੱਥੋਂ 1 ਸਾਲ ਉੱਥੇ ਵਿੱਚ ਗਰੋਥ ਕਰੇਗਾ, ਉਹ 9 ਤੋਂ 10 ਇੰਚ ਦਾ ਹੋ ਜਾਏਗਾ। ਠੀਕ ਹੈ। ਤੇ ਉਸ ਤੋਂ ਬਾਅਦ 2 ਸਾਲ ਗੁਜ਼ਰ ਗਏ, ਤੀਸਰਾ ਸਾਲ ਤੁਸੀਂ ਉਹਨੂੰ ਆਪਣੇ ਵੱਡੇ ਜਿਹੜੇ ਤੁਹਾਡੇ ਤਲਾਅ ਨੇ ਉਹਨਾਂ 'ਚ ਤੁਸੀਂ ਛੱਡ ਦਿਓਗੇ। ਠੀਕ ਹੈ। ਉੱਥੇ ਫਿਰ 1 ਸਾਲ ਰਹੇਗਾ, ਉੱਥੇ ਦਾ ਵਜ਼ਨ 2 ਤੋਂ 3 ਕਿਲੋ ਹੋ ਜਾਂਦਾ ਜੀ। ਠੀਕ ਹੈ। ਇਹਦੇ ਵਿੱਚ ਅੱਛਾ, ਤਲਾਅ 'ਚ ਸ਼ਿਫਟ ਹੋ ਗਿਆ ਹੁਣ 25 ਜਿਹੜਾ ਨਾ 25,000 ਉਹ ਬੱਚਾ ਅੱਗੇ ਟੁਰ ਗਿਆ। ਹਾਂਜੀ, ਉਹ ਤੁਹਾਡਾ ਅੱਗੇ ਤੁਹਾਡਾ ਬੀਜ ਤਿਆਰ ਹੋ ਜਾਏਗਾ ਜੀ 25 ਏਕੜ ਦਾ। ਠੀਕ ਹੈ। 3 ਕਿੱਲਿਆਂ ਚੋਂ 25 ਏਕੜ ਦਾ? ਹਾਂਜੀ, ਉਹ ਤੁਸੀਂ ਤੋਂ ਸ਼ਿਫਟ ਕਰਨਾ ਹੈ ਅੱਗੇ ਤੁਸੀਂ ਆਪਣਾ 25 ਏਕੜ 'ਚ ਉਹਨਾਂ ਨੂੰ ਫੈਲਾ ਦੇਣਾ ਹੈ। ਉਹ ਗਿਣ ਕੇ ਪੀਸ ਅੱਗੇ ਜੀ ਪਾਣੇ? ਗਿਣ ਕੇ ਪਾਈਦੇ ਨੇ। ਕੁਝ ਫਾਰਮਰ ਹੁੰਦੇ ਨੇ ਉਹ ਥੋੜਾ ਬੀਜ ਪਾਉਂਦੇ ਨੇ ਜੀ, 1200-1400। ਕੁਝ ਨੇ ਉਹ 2200-2400 ਪਾਉਂਦੇ ਨੇ ਜੀ। ਬਿਹਤਰ ਕਿਹੜਾ ਰਹਿੰਦਾ? ਜੀ ਬਿਹਤਰ ਦੋਨੋਂ ਹੀ ਨੇ। ਇਹ ਮਛਲੀ ਤਿਆਰ ਕਰਨੀ ਹੁੰਦੀ ਹੈ, ਅਗਰ ਕਿਸੇ ਕੋ ਪਿੰਡੀ ਲੈ ਕੇ ਜਾਣੀ ਹੈ ਉਹ ਤਾਂ ਛੋਟੀ ਸੇਲ ਹੁੰਦੀ ਹੈ। ਜੇ ਕਿਸੇ ਆਪਣੇ ਤੇ ਲੋਕਲ ਸੇਲ ਕਰਨੀ ਹੈ ਉਹ ਜ਼ਰਾ ਫਾਰਮਰ ਮੋਟੀ ਸੇਲ ਜ਼ਿਆਦਾ ਵਜ਼ਨ ਵਿੱਚ ਹੋਵੇ। ਠੀਕ ਹੈ। ਉਹਦੇ ਲਈ ਤੁਹਾਨੂੰ 1200 ਪਾਣੀ ਪਏਗੀ? ਜੀ ਹਾਂ ਜੀ। ਜੇ ਤੁਸੀਂ ਆਪਣਾ ਰੱਖਣਾ ਹੈ, ਪਿੰਡੀ ਕਰਨੀ ਹੈ, ਸੇਲ ਕਰਨੀ ਹੈ, ਤਾਂ ਫਿਰ ਸਾਨੂੰ ਜ਼ਿਆਦਾ ਪਾਣੀ ਚਾਹੀਦੀ ਹੈ। ਠੀਕ ਹੋ ਗਿਆ, ਬਿਹਤਰ ਹੋ ਗਿਆ। ਇਸ ਤੋਂ ਬਾਅਦ ਇਹ ਦੱਸੋ ਸਾਨੂੰ
ਕਿ ਇਹ ਤੇ ਹੋ ਗਿਆ ਨਿਜ਼ਾਮ ਕਿ ਤੁਸੀਂ ਅੱਗੇ ਪਾ ਲਿਆ, ਤੇ ਫਿਰ ਇਹ ਉਨੀ ਕੁ ਮੇਰਾ ਖਿਆਲ ਨਾਲ ਪਿੱਛੋਂ ਲਿਆਉਣੀ ਚਾਹੀਦੀ ਹੈ ਕਿ ਜਿੰਨਾ ਕੁ ਅੱਗੇ ਤੁਹਾਡੇ ਕੋਲ ਰਕਬਾ ਹੈ, ਜੀ ਬਿਲਕੁਲ, ਕਿਉਂਕਿ ਅੱਗੋਂ ਤੇ ਫਿਰ ਉਹ ਛੋਟੀ ਤੇ ਸੇਲ ਨਹੀਂ ਹੋਣੀ। ਜੀ ਹੁੰਦੀ ਹੈ, ਬਿਲਕੁਲ ਸੇਲ ਹੁੰਦੀ ਹੈ, ਛੋਟੀ ਵੀ ਸੇਲ ਹੋ ਜਾਂਦੀ ਜੀ ਹੈ। ਬਿਲਕੁਲ, ਇਹ ਪਹਿਲੇ ਸਾਲ ਦੀ ਵੀ ਸੇਲ ਹੋ ਜਾਂਦੀ ਹੈ, ਦੂਸਰੇ ਸਾਲ ਦੀ ਵੀ ਹੋ ਜਾਂਦੀ ਹੈ। ਠੀਕ ਹੈ। ਜਿਹੜੀ ਤੇ ਬਹੁਤ ਜ਼ਿਆਦਾ ਮੁਨਾਫਾ ਇਹਦੇ ਵਿੱਚ, ਤੁਸੀਂ ਅਗਰ ਨਿਰਾ ਸੀਡ ਦਾ ਕਰਨਾ ਚਾਹੁੰਦੇ ਹੋ ਕਿ ਤੁਸੀਂ ਹੈਚਰੀ ਤੋਂ ਬੱਚਾ ਲੈ ਆਵੋ, ਉਹਨੂੰ ਆਪਣੇ ਕੋਲ 1 ਸਾਲ ਤੁਸੀਂ ਉਹਨੂੰ ਪਾਲੋ, ਤੇ ਇਹਦੇ 'ਚ ਵੀ ਬਹੁਤ ਜ਼ਿਆਦਾ ਮੁਨਾਫਾ ਹੈ ਜੀ। ਇਹਦੇ ਵਿੱਚ ਇਹ ਦੱਸੋ ਕਿ ਖੁਰਾਕ ਕੀ ਇਹਨਾਂ ਦੀ, ਇਹਨਾਂ ਮੱਛਲੀਆਂ ਦੀ? ਜੀ ਖੁਰਾਕ ਇਹਦੇ ਵਿੱਚ ਰਾਈਸ ਪਾਊਡਰ ਵੀ ਹੈ ਜੀ, ਗਲੂਟਨ ਵੀ ਹੈ, ਰਿਫਾਨ ਵਾਲਿਆਂ ਦਾ ਮਕਈ ਤੋਂ ਨਿਕਲਦਾ ਜੀ। ਠੀਕ ਹੈ। ਤੇ ਬਾਕੀ ਕਣਕ ਦਾ ਚੋਕਰ, ਹਾਂਜੀ ਉਹ ਵੇ ਜੀ। ਬਾਕੀ ਇਸ ਤੋਂ ਇਲਾਵਾ ਇਹਦਾ ਡੀਏਪੀ ਖਾਦ ਤੇ ਯੂਰੀਆ ਜੀ। ਇੱਕ ਤੋੜਾ ਕਿੰਨੀ ਦੇਰ ਬਾਅਦ ਪਾਣਾ? ਉਹ ਤਕਰੀਬਨ 6 ਤੋਂ 7 ਦਿਨ ਬਾਅਦ ਜੀ। ਇੱਕ ਤੋੜਾ ਡੀਏਪੀ ਤੇ ਇੱਕ ਤੋੜਾ ਜੀ ਯੂਰੀਆ ਪਾਣਾ ਹੈ ਜੀ। ਉਹ ਵਿੱਚ ਛਟਾ ਦੇ ਦੇਣਾ ਫਿਰ ਕਈ ਬਾਹਰੋਂ ਨਹੀਂ, ਉਹ ਤੁਸੀਂ ਜਿੱਥੇ ਤੁਹਾਡਾ ਪਾਣੀ ਦਾ ਇੰਤਜ਼ਾਮ ਹੈ ਨਾ ਜੀ, ਤੁਸੀਂ ਉਸ ਪਾਈਪ ਤੇ ਰੱਖੋਗੇ ਤੇ ਉਹ ਹੱਲ ਹੋ ਕੇ ਤੇ ਫਲੱਡ ਹੋ ਜਾਏਗਾ। ਠੀਕ ਹੈ। ਇਹ ਅੰਦਰ ਜਾਲਾ ਬਣਾਉਂਦਾ ਹੈ ਜੀ, ਤੇ ਉਹਨੂੰ ਫਿਰ ਫਿਲਟਰ ਕਰਦੀ ਹੈ ਮੱਛਲੀ। ਠੀਕ ਹੈ। ਉਹ ਹੁੰਦੀ ਖੁਰਾਕ ਹੈ, ਉਹਦੀ ਖੁਰਾਕ ਹੈ। ਕਿਆ ਜਿਹੜਾ ਕਿਹਾ ਜਾਂਦਾ ਕਿ ਫਾਰਮ ਹੀ ਮੱਛੀ ਹੈ ਜਾਂ ਇਹ 'ਚ ਤਾਕਤ ਕੋਈ ਨਹੀਂ, ਤੇ 3-4 ਸਾਲ ਬਾਅਦ ਤਿਆਰ ਹੋਣੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਫਾਰਮੀ ਮੱਛੀ ਹੈ ਤੇ ਬੜੀ ਜਿਹੜੀ 3-4 ਸਾਲ ਬਾਅਦ ਤਿਆਰ ਹੋਈ ਹੈ। ਕਿਆ ਇਹ ਤੁਹਾਨੂੰ ਲੱਗਦਾ ਕਿ ਦਰਿਆਈ 'ਚ ਇਹਦੇ 'ਚ ਕੋਈ ਤਾਕਤ ਦਾ ਜਾਂ ਨਹਿਰੀ 'ਚ ਫਰਕ ਹੈ? ਨਹੀਂ ਜੀ, ਕੋਈ ਫਰਕ ਨਹੀਂ, ਬਿਲਕੁਲ ਕੋਈ ਫਰਕ ਨਹੀਂ। ਸਿਰਫ ਇਹ ਆਪਣੇ ਇੱਕ ਦਿਲ ਨੂੰ ਸਮਝਾਉਣ ਵਾਲੀ ਗੱਲ ਹੈ। ਇਹਦੇ ਵਿੱਚ ਹੁਣ ਕੁਝ ਬਹੁਤ ਜ਼ਿਆਦਾ ਐਸੀਆਂ ਨਸਲਾਂ ਨੇ ਜੀ ਜਿਹੜਾ ਸਬਜ਼ਾ ਖਾਂਦੀਆਂ ਨੇ, ਠੀਕ ਹੈ ਜੀ। ਤੇ ਇੱਕ ਜਿਹੜਾ ਰਾਈਸ ਪਾਊਡਰ ਇਸਤੇਮਾਲ ਹੋ ਰਿਹਾ, ਉਹਦੇ 'ਚ ਵੀ ਬਹੁਤ ਜ਼ਿਆਦਾ ਆਇਲ ਹੈ। ਠੀਕ ਹੈ। ਇਸ ਤੋਂ ਇਹ ਕੋਈ ਗੱਲ ਨਹੀਂ ਜੀ। ਇਹਦੇ ਵਿੱਚ ਨਸਲ ਸਭ ਤੋਂ ਅੱਛੀ ਕਿਹੜੀ ਹੈ ਜਿਹੜੀ ਮੁਨਾਫਾ ਬਖਸ਼ ਔਰ ਨੁਕਸਾਨ ਘੱਟ ਕਰਨ ਵਾਲੀ ਹੈ? ਜੀ ਹਰ ਨਸਲ ਹੀ ਇਹਦੇ ਵਿੱਚ ਮੁਨਾਫਾ ਬਖਸ਼, ਸਭ ਤੋਂ ਜ਼ਿਆਦਾ ਤੇ ਗ੍ਰਾਸ ਹੈ। ਠੀਕ ਹੈ। ਤੇ ਉਹ ਆਪਣਾ ਚਾਰੇ ਤੋਂ ਉਹਦੀ ਖੁਰਾਕ ਹੈ। ਬਾਕੀ ਇਹ ਵਿੱਚ ਇੱਕ ਆ ਜਾਂਦੀ ਹੈ ਸੋਲ ਨਸਲ ਆ ਜਾਂਦੀ ਹੈ ਜੀ, ਉਹ ਬਹੁਤ ਕਮ 20 ਤੋਂ 25 ਦਾਣੇ ਸਿਰਫ 1 ਏਕੜ ਵਿੱਚ ਉਹ ਪਲ ਸਕਦੇ ਨੇ। ਉਹਦਾ ਅੱਜ ਵੀ ਮਾਰਕੀਟ ਵਿੱਚ 80 ਤੋਂ 85 ਹਜ਼ਾਰ ਰੁਪਏ ਮਨ ਰੇਟ ਹੈ ਜੀ। 80 ਤੋਂ 85 ਹਜ਼ਾਰ ਰੁਪਏ ਮਨ। ਤੇ ਉਹਦਾ ਮਤਲਬ ਕਿ ਰੇਟ ਕਿਲੋ ਦਾ ਫਿਰ 80 ਵਿੱਚ 2500 ਤੇ ਜਾਂਦਾ ਸੋਲ ਦਾ ਜੀ ਕਿਲੋ ਦਾ। ਜੀ ਬਿਲਕੁਲ। ਤੇ ਉਹ 1 ਏਕੜ 'ਚ ਸਿਰਫ 5 ਦਾਣੇ ਹੁੰਦੇ ਨੇ ਜੀ। ਕੀ ਵਜ੍ਹਾ ਹੈ? ਜੀ ਵਜ੍ਹਾ ਇਹ ਵੇ ਕਿ ਹਰ ਜਿਹੜਾ ਮੱਛਲੀ ਦੇ ਜਿੰਨੇ ਵੀ ਬੀਜ ਨੇ ਨਾ, ਹਰ ਇੱਕ ਦੀ ਖੁਰਾਕ ਲੈਦਾ। ਠੀਕ ਹੈ। ਇੱਕ ਸੇਮ ਬੀਜ ਪਾ ਛੜੀਏ, ਖੁਰਾਕ ਦਿੰਦੇ ਰਹੋ ਤੇ ਉਹ ਇੰਨੀ ਗਰੋਥ ਨਾ ਕਰੇਗੀ। ਇਹਦੇ ਵਿੱਚ 6-7 ਕਿਸਮ ਦੀਆਂ ਨਸਲਾਂ ਨੇ ਜੀ ਜਿਹੜੀਆਂ ਤੁਸੀਂ ਪਾਣੀਆਂ ਹੁੰਦੀਆਂ ਨੇ। ਇਹਦੇ ਸਿਲਵਰ ਹੈ, ਰਹੂ ਹੈ, ਮਰਾਖੀ ਹੈ, ਥੈਲੀ ਹੈ, ਗਰਾਸ ਹੈ, ਬਿਗ ਹੈਡ ਹੈ। ਠੀਕ ਹੈ। ਤੇ ਇਹ 6-7 ਨਸਲਾਂ ਨੇ ਕਿ ਜਿਹੜੀਆਂ ਹਰ ਇੱਕ ਤਾਦਾਦ ਇਹਨੂੰ ਇੱਕ ਸੋਚ ਸਮਝ ਕੇ ਇੱਕ ਜ਼ਿਆਦਾ ਪਾਈ ਦੀ, ਇੱਕ ਥੋੜੀ ਪਾਈ ਦੀ ਹੈ, ਇਸ ਤਰ੍ਹਾਂ ਦਾ। ਉਹ ਤੇ ਮੇਰਾ ਖਿਆਲ ਹੈ ਜਿਹੜੀ ਕਿ ਹੈਚਡੀ ਕੋ ਤੁਸੀਂ ਖੁਰਾਕ ਲਵੋਗੇ ਨਾ, ਸੀਡ ਜਾਂ ਬੱਚਾ, ਉਹ ਤੁਹਾਨੂੰ ਇਹਦੀ ਖੁਰਾਕ ਵੀ ਸੁਜੈਸਟ ਕਰ ਦਿੰਦੇ ਨੇ ਕਿ ਇਹ ਖੁਰਾਕ ਜੀ ਬਿਲਕੁਲ ਇਹਦੇ ਲਈ ਬਿਹਤਰ ਹੈ। ਹਾਂਜੀ। ਦੂਸਰਾ ਇਹ ਵੇ ਕਿ ਇਹ ਦੱਸੋ ਕਿ ਆਮ ਜਿਹੜੀ ਰੂਟੀਨ 'ਚ ਪਿੰਡਾਂ ਥਾਵਾਂ 'ਚ ਜਾਂ ਤੁਸੀਂ ਕਰਦੇ ਹੋ, ਤੁਹਾਡੀ ਸਭ ਤੋਂ ਫੇਵਰੇਟ ਕਿਹੜੀ ਹੈ ਜਿਹੜੀ ਤੁਸੀਂ ਆਪਣੇ ਫਾਰਮਿੰਗ ਲਈ ਇਸਤੇਮਾਲ ਕਰਦੇ ਹੋ? ਜੀ ਖੁਰਾਕ ਕਹਿ ਰਹੇ ਹੋ? ਨਹੀਂ, ਮੱਛਲੀ ਦਾ ਜਿਹੜਾ ਬੱਚਾ ਕਿਹੜਾ ਸਭ ਤੋਂ ਨਸਲ 'ਚ ਤੁਹਾਨੂੰ ਬਿਹਤਰ ਲੱਗਦਾ? ਜੀ ਸਾਡੀ ਐਸਾ ਸਾਰੀਆਂ ਪਾਣੀਆਂ ਹੁੰਦੀਆਂ ਨੇ। ਠੀਕ ਹੈ। ਅਸੀਂ ਏਕੜ ਦੇ ਵਿੱਚ 1000 ਦਾਣਾ ਪਾਉਂਦੇ ਆ ਰਹੂ ਦਾ, ਤੇ ਸਭ ਤੋਂ ਜ਼ਿਆਦਾ ਉਹ ਵੀ ਪੈਂਦੀ। ਉਸ ਤੋਂ ਬਾਅਦ ਸਿਲਵਰ ਹੈ, ਉਹ 500 ਪਾਈ ਦੀ ਹੈ। ਠੀਕ ਹੈ। ਬਾਕੀ ਕੁਛ ਜਿਹੜੀ ਗ੍ਰਾਸ ਹੈ ਅਸੀਂ ਸਿਰਫ 50 ਦਾਣੇ ਪਾਉਂਦੇ ਆ। ਠੀਕ ਹੈ। ਕਿਉਂਕਿ ਇਹ ਜਿਹੜੀ ਗ੍ਰਾਸ ਹੈ ਇਹ ਦੂਸਰਿਆਂ ਦਾ ਵੀ ਜੋ ਨੂੰ ਪਾਈਦਾ ਉਹਦੀ ਖੁਰਾਕ ਲੈ ਜਾਂਦੀ ਹੈ, ਦੂਸਰਿਆਂ ਨੂੰ ਖੁਰਾਕ ਤੱਕ ਪਹੁੰਚਣ ਨਹੀਂ ਦਿੰਦੀ। ਇਸ ਵਾਸਤੇ ਇਹਨੂੰ ਜ਼ਿਆਦਾ ਨਹੀਂ ਪਾਣਾ ਚਾਹੀਦਾ, ਥੋੜਾ ਪਾਈਦਾ। ਥੋੜਾ ਕਿੰਨਾ ਕੁ ਵੀ ਖਾ ਲੇਗੀ ਜਿਹੜਾ ਨਾ, ਉਹ ਦੂਜਿਆਂ ਦਾ ਵੀ ਨਿਜ਼ਾਮ ਪਿਆ ਚੱਲੇਗਾ। ਹਾਂਜੀ। ਅੱਛਾ, ਇਹ ਵੀ ਕਿ ਏਕੜ 'ਚ ਕਈਆਂ ਨਸਲਾਂ ਦੀ ਮੱਛਲੀ ਪਾਈ ਜਾ ਸਕਦੀ? ਜੀ ਬਿਲਕੁਲ। ਇਹਦੇ ਵਿੱਚ 6-7 ਨਸਲ ਦੀ ਯਕਮੁਸ਼ਤ ਪਾਣੀ ਹੁੰਦੀ ਹੈ ਜੀ।
ਉਹ ਸਾਰਿਆਂ ਦੇ ਫਿਰ ਮੁxtਲਿਫ ਜਿਹੜਾ ਨਾ ਤੁਹਾਨੂੰ ਸੋਲ ਦੇ ਵੱਖਰੇ ਪੈਸੇ ਨੇ ਜੀ ਗਰਾਸ ਦੇ ਵੱਖਰੇ ਨੇ, ਰਊ ਦੇ ਵੱਖਰੇ ਨੇ। ਇੱਥੋਂ ਫਿਰ ਤੁਸੀਂ ਜਦੋਂ ਬੱਚਾ ਕੱਢਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿਹਦਾ ਇਹ ਕਿਹਦਾ ਇਹ ਕਿਹਦਾ। ਜੀ ਹਾਂ ਜੀ ਬਿਲਕੁਲ, ਅਸੀਂ ਤੋਂ ਪੂਰੀ ਇਹਦੀ ਕਾਊਂਟਿੰਗ ਕਰਕੇ ਸ਼ਿਫਟ ਕਰੀਦਾ ਤੇ ਜਾਲ ਲਾ ਕੇ ਫੜਦੇ ਹੋ? ਜੀ ਬਿਲਕੁਲ, ਲੇਬਰ ਆਂਦੀ ਹੈ ਠੀਕ ਹੈ। ਤੇ ਅਸੀਂ ਇਹਨੂੰ ਕਾਊਂਟਿੰਗ ਕਰਕੇ ਹਰ ਨਸਲ ਦਾ ਫਿਰ ਅੱਗੇ ਸ਼ਿਫਟ ਕਰਨੇ ਆ। ਬਿਹਤਰ ਹੋ ਗਿਆ। ਇਹਦੇ ਵਿੱਚ ਤੇ ਫਿਰ ਇਹ ਕਿ 1 ਏਕੜ ਤੋਂ 10 ਲੱਖ ਰੁਪਇਆ ਤੇ ਈਜ਼ੀਲੀ ਕਮਾਣਾ ਜੀ ਹੈ ਬਿਲਕੁਲ, ਇੱਕ ਬੜੇ ਸਾਲ ਦੇ ਆਰਾਮ ਵਿੱਚ। ਅਗਰ ਜੀ ਤੁਹਾਡੇ ਹਾਂ ਕੋਲ 1 ਏਕੜ ਹੈ ਨਾ, ਜੀ ਹਾਂ ਜੀ, ਉਹਦੀ ਥੋੜੀ ਬਹੁਤੀ ਤੁਸੀਂ ਨਰਸਰੀ ਸ਼ੁਰੂ ਕਰਕੇ 1 ਏਕੜ ਦੀ, ਤੇ ਮੇਰਾ ਖਿਆਲ ਹੈ ਕਿ ਤੁਹਾਡੇ ਕੋਲ ਇਹ ਜਿਹੜਾ ਤੁਹਾਡਾ ਸੀਡ ਬੱਚਾ ਉਹ ਅਗਰ ਪ੍ਰੋਪਰ ਚੱਲਣਾ ਤੇ 2 ਤੋਂ 3 ਸਾਲ ਦਾ ਟਾਈਮ ਤੁਹਾਨੂੰ ਰਿਕੁਆਇਰ ਹੈ। ਜੀ ਬਿਲਕੁਲ। ਲੇਕਿਨ ਤੁਹਾਡੇ ਕੋਲ ਜ਼ਮੀਨ ਜਿਹੜੀ ਹੈ ਉਹ ਅਗਰ 1 ਏਕੜ ਹੈ ਤੇ ਉਹ ਤੋਂ 1 ਕਨਾਲ ਤੇ ਪਹਿਲੇ ਬੱਚਾ ਪਾਓ, ਫਿਰ ਉਹਨੂੰ 3 ਕਨਾਲਾਂ ਤੇ ਅੱਗੇ ਸ਼ਿਫਟ ਕਰੋ ਤੇ ਕੁਝ ਸੇਲ ਕਰ ਦਿਓ, ਕੁਝ ਅੱਗੇ ਜਿਹੜਾ ਉਹ ਏਕੜ 'ਚ ਫਿਰ ਤੁਸੀਂ ਪੂਰਾ ਜਿਹੜਾ ਨਾ ਉਹਨੂੰ ਨਿਜ਼ਾਮ ਕਰ ਲਓ। ਤੇ ਹਰ ਤਰ੍ਹਾਂ ਦੀ ਮਾਲੂਮਾਤ ਜਿਹੜੀ ਹੈ ਉਹ ਫਿਸ਼ ਫਾਰਮਿੰਗ ਦੇ ਹਵਾਲੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਸੇਲ ਕਿਸ ਤਰ੍ਹਾਂ ਕਰਦੇ ਹੋ, ਵੇਚਣਾ ਕਿੰਜੇ ਮੱਛੀ ਨੂੰ? ਜੀ ਇਹਦਾ ਸਾਡੇ ਇੱਥੇ ਲੋਕਲ ਵੀ ਮੰਡੀਆਂ ਹੈ ਨੇ ਜੀ। ਅਸੀਂ ਇੱਥੋਂ ਲੇਬਰ ਆਂਦੀ ਏ, ਮੱਛੀ ਜਿਹੜੀ ਅਸੀਂ ਫਿਸ਼ ਜਿਹੜੀ ਉਹ ਪਕੜਾ ਕੇ ਤੇ ਮੰਡੀ ਲੈ ਜਾਈਦੀ ਹੈ। ਉੱਥੇ ਫਿਰ ਹਰ ਇੱਕ ਨਸਲ ਦਾ ਆਪਣਾ ਆਪਣਾ ਰੇਟ ਲੱਗਦਾ ਹੈ ਤੇ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ, ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ। ਸਾਡੇ ਕੋਲ ਇੱਥੇ ਲੋਕਲ ਗਾਹਕ ਵੀ ਹੈ ਤੇ ਬਹੁਤ ਜ਼ਿਆਦਾ ਗਾਹਕ ਸਾਡੇ ਕੋਲ ਅਫਗਾਨਿਸਤਾਨ ਦਾ ਜੀ। ਉਹ ਅੱਗੇ ਫਿਰ ਅਗਲੀਆਂ ਸਟੇਟਾਂ ਦੇ ਵਿੱਚ ਭੇਜਦੇ ਨੇ। ਠੀਕ ਹੋ ਗਿਆ। ਜਿਹੜੀਆਂ ਰਸ਼ੀਆ ਤੋਂ ਅਲੱਗਾ ਹੋਈਆਂ ਨੇ ਔਰ ਜਿਨ੍ਹਾਂ ਦਾ ਸਮੁੰਦਰ ਕੋਈ ਨਹੀਂ ਔਰ ਜਿਨ੍ਹਾਂ ਕੋ ਮੱਛਲੀ ਕੋਈ ਜੀ ਨਹੀਂ। ਬਿਲਕੁਲ, ਇਹ ਉਧਰ ਜ਼ਿਆਦਾ ਦੋਸਤੋ ਬੜੀ ਖੁਸ਼ੀ ਹੋਈ ਹੈ। ਚਲੋ ਕੋ ਪਾਕਿਸਤਾਨ ਕੋ ਵੀ ਜਿਹੜਾ ਨਾ ਕੋ ਮੱਛੀ ਐਸੀ ਹੈ ਕਿ ਜਿਹੜੀ ਅਸੀਂ ਵੀ ਕਿਸੇ ਨੂੰ ਘੱਲ ਸਕਦੇ ਆ, ਵਰਨਾ ਤੇ ਕੁਛ ਐਸੀ ਨਹੀਂ ਜਿਹੜੀ ਅਸੀਂ ਬਾਹਰੋਂ ਮੰਗ ਕੇ ਨਹੀਂ ਖਾ ਰਹੇ। ਇੱਥੇ ਲੂਣ ਹੈ ਤੇ ਇਹ ਦੂਜੀ ਮੱਛੀ ਸੁਣੀ ਹੈ, ਨਮਕ ਤੇ ਇਹ ਮੱਛਲੀ ਹੈ ਅਸੀਂ ਬਾਹਰ ਮੁਲਕਾਂ ਨੂੰ ਭੇਜਦੇ ਆ। ਬਾਕੀ ਸਭ ਕੋਈ ਗੰਦਮ ਚਾਵਲ ਹਰ ਚੀਜ਼ ਅਸੀਂ ਕਾਲੀ ਮਿਰਚ ਲਾਚੀ ਮੰਗ ਕੇ ਜਿਹੜਾ ਨਾ ਉਹ ਬਾਕੀ ਮੁਲਕਾਂ ਕੋ ਖਾ ਰਹੇ ਆ। ਇਹਦੇ ਵੱਲ ਧਿਆਨ ਦਿਓ, ਥੋੜੇ ਤੋਂ ਸਟਾਰਟ ਕਰੋ। ਮਜ਼ੀਦ ਮਾਲੂਮਾਤ ਲਈ ਜਿਹੜਾ ਨੰਬਰ ਡਿਸਕ੍ਰਿਪਸ਼ਨ 'ਚ ਤੁਹਾਨੂੰ ਉਸਮਾਨ ਭਾਈ ਦਾ ਨਜ਼ਰ ਆਏਗਾ, ਉਹ ਭਾਈ ਰਾਬਤਾ ਕਰਨਾ ਚਾਹੇ ਉਹ ਕਰ ਸਕਦਾ। ਤੇ ਹਰ ਤਰ੍ਹਾਂ ਦੀ ਮਾਲੂਮਾਤ ਤੇ ਨਹੀਂ ਮੇਰਾ ਖਿਆਲ ਇਹ ਚਾਹੀ, ਲੇਕਿਨ ਮਿਨੀਮਮ ਔਰ ਮੁਖਤਸਰ ਔਰ ਜਾਮਿਆ ਜਿਹੜੀ ਹੈ ਉਹ ਕੋਸ਼ਿਸ਼ ਕਰਕੇ ਸਾਰੀ ਦੱਸ ਦਿੱਤੀ ਗਈ ਹੈ। ਵੀਡੀਓ ਅੱਛੀ लगे लाइक शेयर कमेंट लाजमी करो।